ਸਤਿ ਸ਼੍ਰੀ ਅਕਾਲ ਦੋਸਤੋ। ਚੈਨਲ ਕਲਮਾਂ ਦੇ ਦੇਸੋਂ ਦੀ ਜਾਨਿਬ ਤੋਂ ਕਿਤਾਬ ਦਸਤਾਵੇਜ਼ ਦਾ ਅਗਲਾ ਭਾਗ ਲੈ ਕੇ ਤੁਹਾਡੇ ਸਭ ਨਾਲ ਹਾਜ਼ਰ ਹਾਂ। ਮੇਰੇ ਵਿਸ਼ਵਾਸ, ਤੇਰੇ ਮਿਲਣ ਨੇ ਮੇਰੀ ਕਲਮ ਦੀ ਚਿਣਗ ਨੂੰ ਸ਼ੋਲਾ ਬਣਾ ਦਿੱਤਾ। ਕੱਲ੍ਹ ਨੇਪਾਲ ਨੇ ਉਸ ਕਲਮੀ ਅੱਗ ਨੂੰ ਫੁੱਲਾਂ ਨਾਲ ਸਤਿਕਾਰਿਆ ਤੇ ਮੈਨੂੰ ਜਿੰਨੇ ਫੁੱਲ ਮਿਲੇ ਮੈਂ ਸਾਰੇ ਤੇਰੀ ਯਾਦ ਨੂੰ ਚੜ੍ਹਾ ਦਿੱਤੇ। ਹਿਜਰ ਦੀ ਇਸ ਰਾਤ ਵਿੱਚ ਕੁਝ ਰੌਸ਼ਨੀ ਆਉਂਦੀ ਪਈ। ਇਸ ਮੇਰੀ ਨਜ਼ਮ ਵਿੱਚ ਤੇਰੀ ਯਾਦ ਦੀ ਬੱਤੀ ਲਟ-ਲਟ ਬਲਦੀ ਪਈ ਸੀ। ਰਾਤ 11:30 ਵਜੇ ਤੱਕ ਇਸੇ ਰੌਸ਼ਨੀ ਦਾ ਜ਼ਿਕਰ ਚੱਲਦਾ ਰਿਹਾ। ਨਾਲ ਕਿੰਨੀਆਂ ਹੀ ਨੇਪਾਲੀ, ਹਿੰਦੀ ਤੇ ਬੰਗਾਲੀ ਕਵਿਤਾਵਾਂ ਜਗਦੀਆਂ ਰਹੀਆਂ। ਇੱਕ ਫਾਰਸੀ ਦਾ ਸ਼ੇਅਰ ਵੀ ਸੀ ਜਿਸ ਦਾ ਭਾਵ ਸੀ, ਰੇਗਿਸਤਾਨ ਵਿੱਚ ਅਸੀਂ ਲੋਕ ਯੁੱਧ ਨਾਲ ਚਮਕਦੀ ਰੇਤ ਨੂੰ ਪਾਣੀ ਸਮਝ ਕੇ ਦੌੜਦੇ ਹਾਂ, ਭੁਲੇਖਾ ਖਾਂਦੇ ਹਾਂ, ਤੜਪਦੇ ਹਾਂ, ਪਰ ਲੋਕ ਆਖਦੇ ਹਨ ਰੇਤ ਰੇਤ ਹੈ, ਪਾਣੀ ਨਹੀਂ ਬਣ ਸਕਦੀ। ਤੇ ਕੁਝ ਸਿਆਣੇ ਲੋਕ ਉਸ ਰੇਤ ਨੂੰ ਪਾਣੀ ਸਮਝਣ ਦੀ ਗਲਤੀ ਨਹੀਂ ਕਰਦੇ। ਉਹ ਲੋਕ ਸਿਆਣੇ ਹੋਣਗੇ, ਪਰ ਮੈਂ ਆਖਦਾ ਹਾਂ ਜਿਹੜੇ ਰੇਤ ਨੂੰ ਪਾਣੀ ਸਮਝਣ ਦੀ ਗਲਤੀ ਨਹੀਂ ਕਰਦੇ, ਉਹਨਾਂ ਦੀ ਪਿਆਸ ਵਿੱਚ ਹੀ ਕੋਈ ਕਸਰ ਹੋਵੇਗੀ। ਉਹਨਾਂ ਦੇ ਹੋਠਾਂ ਉੱਤੇ ਉਹ ਤ੍ਰੇਹ ਨਹੀਂ ਹੋਣੀ। ਸੱਚ ਮੇਰੀ ਜੀਤੀ, ਮੈਨੂੰ ਉਹ ਸਿਆਣਪ ਨਹੀਂ ਚਾਹੀਦੀ। ਮੈਨੂੰ ਮੇਰੀ ਪਿਆਸ ਮੁਬਾਰਕ ਹੈ, ਭਾਵੇਂ ਸਾਰੀ ਉਮਰ ਉਹ ਮੈਨੂੰ ਰੇਗਿਸਤਾਨ ਵਿੱਚ ਭਟਕਾਉਂਦੀ ਰਵੇ। ਮੇਰੀ ਜੀਤੀ ਨੂੰ, ਮੇਰੀ ਪਿਆਸ ਦੇ ਛਲਾਵੇ ਨੂੰ ਮੇਰੀ ਸਾਰੀ ਯਾਦ ਪਹੁੰਚੇ। ਆਸ਼ੀ। ਕਿਤਾਬ ਦਸਤਾਵੇਜ਼ ਵਿੱਚ ਅੰਮ੍ਰਿਤਾ ਪ੍ਰੀਤਮ ਦਾ ਇਹ ਤੀਜਾ ਖੱਤ ਹੈ। ਰਾਹੀ, ਤੂੰ ਮੈਨੂੰ ਸੰਧਿਆ ਵੇਲੇ ਕਿਉਂ ਮਿਲਿਆ? ਜ਼ਿੰਦਗੀ ਦਾ ਸਫ਼ਰ ਮੁੱਕਣ ਵਾਲਾ ਹੈ। ਤੂੰ ਮਿਲਣਾ ਸੀ ਤਾਂ ਜ਼ਿੰਦਗੀ ਦੀ ਦੁਪਹਿਰ ਵੇਲੇ ਮਿਲਦਾ। ਉਸ ਦੁਪਹਿਰ ਦਾ ਸੇਕ ਤਾਂ ਵੇਖ ਲੈਂਦੇ। ਕਾਠਮੰਡੂ ਵਿੱਚ ਕਿਸੇ ਨੇ ਇਹ ਹਿੰਦੀ ਕਵਿਤਾ ਪੜ੍ਹੀ ਸੀ। ਕਈ ਵਾਰ ਕਈਆਂ ਲੋਕਾਂ ਦੀ ਪੀੜ ਕਹੀ ਇੱਕੋ ਜਿਹੀ ਹੁੰਦੀ ਹੈ। ਇਸ ਮੇਰੀ ਜ਼ਿੰਦਗੀ ਦੇ ਮੁੱਕਦੇ ਸਫ਼ਰ ਵਿੱਚ ਹੁਣ ਮੈਨੂੰ ਸਿਰਫ ਮੇਰੇ ਖੱਤਾਂ ਦੀ ਉਡੀਕ ਹੈ। ਇਹ ਮੇਰੀ ਉਡੀਕ ਇਸ ਤੇਰੇ ਸ਼ਹਿਰ ਬੰਬਈ ਦੀਆਂ ਜ਼ਾਲਿਮ ਦੀਵਾਰਾਂ ਨਾਲ ਠੋਕਰ ਖਾ ਕੇ ਹਮੇਸ਼ਾ ਜ਼ਖਮੀ ਹੁੰਦੀ ਰਹੀ ਹੈ। ਪਹਿਲਾਂ ਵੀ 14 ਵਰ੍ਹੇ ਰਾਮ ਬਨਵਾਸ ਜਿੰਨੇ ਇਸੇ ਤਰ੍ਹਾਂ ਲੰਘ ਗਏ। ਬਾਕੀ ਦੇ ਰਹਿੰਦੇ ਵਰ੍ਹੇ ਵੀ ਜਾਪਦਾ ਹੈ ਆਪਣੀ ਕਤਾਰ ਵਿੱਚ ਜਾ ਰਲਣਗੇ। ਅੱਜ ਤੱਕ ਤੇਰਾ ਇੱਕੋ ਖੱਤ ਆਇਆ ਹੈ। ਸ਼ਾਇਦ ਤੈਨੂੰ ਕਾਠਮੰਡੂ ਦਾ ਪਤਾ ਭੁੱਲ ਗਿਆ ਹੋਵੇ। ਰੋਜ਼ ਮੈਂ ਤੇਰਾ ਕੋਈ ਹਰਫ ਉਡੀਕਦੀ ਰਹੀ। ਉੱਥੇ ਮੇਰੇ ਵਾਸਤੇ ਲੋਕਾਂ ਕੋਲ ਬੜੇ ਹਰਫ ਸਨ, ਦਿਲ ਛੂੰਹਦੇ ਹਰਫ, ਪਰ ਉਹਨਾਂ ਨੇ ਉਡੀਕ ਵਾਲੀ ਚਿਣਗ ਨੂੰ ਹੋਰ ਬਾਲਿਆ। ਮੇਰੇ ਕੋਲੋਂ ਉਹਦਾ ਸੇਕ ਸਹਾਰਿਆ ਨਾ ਗਿਆ। 3 ਦਿਨਾਂ ਦੀ ਉਡੀਕ ਪਿੱਛੋਂ ਮੈਨੂੰ ਬੁਖਾਰ ਹੋ ਗਿਆ। ਕੱਲ੍ਹ ਵਾਪਸ ਆਈ, ਰਾਹ ਵਿੱਚ ਹਵਾਈ ਜਹਾਜ਼ ਬਦਲ ਕੇ ਸਿੱਧੇ ਸਫ਼ਰ ਦੀ ਸੀਟ ਨਹੀਂ ਸੀ ਮਿਲੀ। ਰਾਤੀ 9:15 ਵਜੇ ਪਹੁੰਚੀ। ਤਾਂਗ ਆਖਦੀ ਪਈ ਸੀ ਕਿ ਜਾਂਦਿਆਂ ਨੂੰ ਕੋਈ ਸੁਨੇਹਾ ਤਾਂ ਮੇਰੇ ਵਾਸਤੇ ਹੋਵੇਗਾ। ਪਤਾ ਨਹੀਂ ਤੇਰੇ ਬੋਲਾਂ ਨੇ ਐਡਾ ਸਫ਼ਰ ਕਿਉਂ ਕਰ ਲਿਆ ਹੈ। ਅੱਜ ਦੀ ਡਾਕ ਵੀ ਲੰਘ ਗਈ ਹੈ। ਸਵਾਲ ਦਾ ਜਵਾਬ ਬਣਨ ਵਾਲਿਆ, ਮੈਨੂੰ ਇਸ ਚੁੱਪ ਦੇ ਅਰਥ ਸਮਝਾ ਜਾਵੀਂ। ਮੇਰੇ ਗੀਤਾਂ ਦੀ ਜਾਨ, ਤੇਰਾ ਖੱਤ ਸਾਨੂੰ ਅੱਜ ਬੌੜਿਆ ਏ। ਮੈਂ ਜ਼ਿੰਦਗੀ ਦੀ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਮੇਰੇ ਖੱਤਾਂ ਦੇ ਉੱਤਰ ਮੋੜ ਕੇ ਆਂਦੇ। ਪਰ ਮੇਰੇ ਸਾਰੇ ਖੱਤ ਤੈਨੂੰ ਕਿਉਂ ਨਹੀਂ ਮਿਲੇ? ਇਹ ਮੇਰਾ 7ਵਾਂ ਖੱਤ ਹੈ। 3 ਮੈਂ ਨੇਪਾਲ ਜਾਣ ਤੋਂ ਪਹਿਲਾਂ ਲਿਖੇ ਸਨ। ਇੱਕ ਤਾਂ ਉਸੇ ਦਿਨ ਲਿਖਿਆ ਸੀ ਜਿਸ ਦਿਨ ਮੈਂ ਆਪਣਾ ਚੈਨ 900 ਮੀਲਾਂ ਉੱਤੇ ਤੋਰ ਕੇ ਆਈ ਸਾਂ, 21 ਤਾਰੀਖ, ਤੇ ਫਿਰ ਰੋਜ਼ ਲਿਖਦੀ ਰਹੀ। ਕਦੇ ਮੈਂ ਦਿਲ ਦੇ ਸਾਰੇ ਉਲਾਂਭੇ ਨਾਲ ਆਖਿਆ ਸੀ, ਉਮਰਾਂ ਦੀ ਇਹ ਚਿੱਠੀ ਰੁਲਦੀ, ਕਿਸਮਤ ਸਾਡੀ ਪੜ੍ਹ ਨਾ ਸਕੀ। ਸਾਡੇ ਦਿਲ ਨੇ ਸੱਜਣਾ ਦਾ ਸਰਨਾਮਾ ਲਿਖਿਆ ਜੋ। ਪਰ ਅੱਜ ਜਦੋਂ ਸਰਨਾਮਾ ਪਤਾ ਹੈ, ਇਹਨਾਂ ਡਾਕਖਾਨੇ ਵਾਲਿਆਂ ਨੇ, ਜਾਪਦਾ ਹੈ ਕੋਈ ਕਿਸਮਤ ਨਾਲ ਗੰਢ ਤਰੁੱਪ ਕਰ ਲਈ ਹੈ। ਇਹਨਾਂ ਕੋਲੋਂ ਵੀ ਸਰਨਾਮਾ ਨਹੀਂ ਪੜ੍ਹਿਆ ਜਾਂਦਾ। ਨੇਪਾਲ ਵਿੱਚ ਟੈਗੋਰ ਦਾ ਇੱਕ ਗੀਤ ਪੜ੍ਹਿਆ ਸੀ, ਤੂੰ ਹੀ ਮੇਰਾ ਸਾਗਰ ਹੈ, ਤੂੰ ਹੀ ਮੇਰਾ ਮਲਾਹ, ਤੇ ਮੈਂ ਇੱਕ ਬੇੜੀ ਹਾਂ, ਤੈਨੂੰ ਕੰਢੇ ਲਾਉਣ ਵਾਸਤੇ ਕਿਉਂ ਆਖਾਂ। ਡੁੱਬ ਵੀ ਜਾਵਾਂ ਤਾਂ ਤੇਰੇ ਵਿੱਚ ਡੁੱਬਾਂਗੀ, ਕਿਉਂਕਿ ਤੂੰ ਮੇਰਾ ਸਾਗਰ ਵੀ ਹੈ। ਇਸ ਗੀਤ ਨੇ ਬੜਾ ਆਸਰਾ ਦਿੱਤਾ। ਤੇਰੀ ਆਸ਼ੀ। ਕਿਤਾਬ ਦਸਤਾਵੇਜ਼ ਵਿੱਚ ਅੰਮ੍ਰਿਤਾ ਦਾ ਇਹ ਚੌਥਾ ਖੱਤ ਹੈ। ਕੱਲ੍ਹ ਦੁਪਹਿਰ ਖੁਰਸ਼ੇਵ ਨੂੰ ਪੰਡਿਤ ਜਵਾਹਰ ਲਾਲ ਜੀ ਨੇ ਲੰਚ ਦਿੱਤਾ ਸੀ ਆਪਣੇ ਘਰ। ਉੱਥੇ ਗਈ ਸਾਂ। ਪੰਡਿਤ ਜੀ ਮੈਨੂੰ ਬਹੁਤ ਚੰਗੇ ਲੱਗਦੇ ਹਨ। ਮਨੁੱਖਤਾ ਦੀ ਸਾਰੀ ਖੂਬਸੂਰਤੀ ਦੀ ਤਸਵੀਰ। ਕੁਝ ਚਿਰ ਮੈਂ ਬੜੀ ਖੁਸ਼ ਸਾਂ। ਫਿਰ ਤੇਰਾ ਵਿਛੋੜਾ ਸਾਹਮਣੇ ਆ ਖਲੋਤਾ ਤੇ ਮੈਨੂੰ ਸਾਰੇ ਦਿਨ, ਸਾਰੇ ਕੰਮ,
ਸਾਰੇ ਮੇਲ-ਜੋਲ ਬੇਮਾਨਾ ਲੱਗਣ ਲੱਗ ਪਏ। ਆਸ਼ੀ। ਕਿਤਾਬ ਦਸਤਾਵੇਜ਼ ਵਿੱਚ ਅੰਮ੍ਰਿਤਾ ਦਾ ਇਹ 5ਵਾਂ ਖੱਤ ਹੈ। ਤੂੰ ਆਉਣਾ ਸੀ 18 ਤਰੀਕ ਤੇ ਨਾ ਆਇਆ। ਇਹ ਉਹ ਸਵੇਰ ਸੀ ਜਦੋਂ ਸੂਰਜ ਨਹੀਂ ਚੜ੍ਹਿਆ। ਮੇਰੀ ਤੇ ਸੂਰਜ ਦੀ ਕਿਸਮਤ ਤੈਨੂੰ ਕੀ। ਮੇਰੇ ਵਾਂਗ ਪੂਰਨ ਦੀ ਸੁੰਦਰਾਂ ਨੇ ਵੀ ਇੱਕ ਦਿਨ ਆਖਿਆ ਸੀ, ਜੰਗਲ ਗਏ ਨਾ ਬੌੜੇ ਸੁੰਦਰਾਂ ਨੂੰ, ਜੋਗੀ ਨਹੀਂ ਜੇ ਕਿਸੇ ਦੇ ਮੀਤ ਲੋਕੋ। ਹੁਨਰ ਦੇ ਜੋਗੀ। ਕੀ ਹਰ ਸਦੀ ਵਿੱਚ ਸੁੰਦਰਾਂ ਦਾ ਇਹੀ ਹਾਲ ਹੋਵੇਗਾ? ਤਕਦੀਰ ਦੀਆਂ ਲਕੀਰਾਂ ਨੂੰ ਕੋਈ ਨਹੀਂ ਬਦਲ ਸਕਦਾ ਜੀਤੀ। ਕੱਲ੍ਹ ਮੈਂ ਤੇਰਾ ਕਮਰਾ ਸਾਫ਼ ਕੀਤਾ, ਸ਼ੀਸ਼ੇ ਨੂੰ ਪੂੰਝਿਆ ਕਿ ਸ਼ਾਇਦ ਇਹਦੇ ਵਿੱਚੋਂ ਮੇਰੀ ਕਿਸਮਤ ਦਾ ਮੂੰਹ ਦਿਸ ਪਵੇ। ਸੁਪਨੇ ਨਵੇਂ ਬਣ ਸਕਦੇ ਨੇ, ਇਹ ਤੇਰੇ ਲਫ਼ਜ਼ ਮੇਰੇ ਕੰਨਾਂ ਵਿੱਚ ਬੋਲਦੇ ਪਏ ਨੇ। ਇੱਕ ਰੌਲਾ ਬਣਦੇ ਜਾਂਦੇ ਨੇ, ਇੱਕ ਭਿਆਨਕ ਸ਼ੋਰ, ਤੇ ਮੈਂ ਇਸ ਸ਼ੋਰ ਵਿੱਚ ਖੌਰੇ ਪਾਗਲ ਹੋ ਜਾਵਾਂਗੀ। ਨਹੀਂ ਨਹੀਂ, ਤੇਰੇ ਨਵੇਂ ਸੁਪਨਿਆਂ ਦਾ ਮਹਿਲ ਉਸਾਰਨ ਲਈ ਜੇ ਮੈਨੂੰ ਆਪਣੀ ਜ਼ਿੰਦਗੀ ਖੰਡਰ ਵੀ ਬਣਾਉਣੀ ਪਵੇ, ਮੈਨੂੰ ਇਤਰਾਜ਼ ਨਹੀਂ। ਕੋਸ਼ਿਸ਼ ਕਰਾਂਗੀ ਮੇਰਾ ਇੱਕ ਹੌਂਕਾ ਵੀ ਤੇਰੇ ਸ਼ਹਿਰ ਨਾ ਪਹੁੰਚੇ। ਤੇਰੀ ਉੱਨਤੀ ਦੇ ਰਸਤੇ ਵਿੱਚ ਮੇਰਾ ਕੋਈ ਦਰਦ ਹਾਇਲ ਨਾ ਹੋਵੇ। ਬਦਨਸੀਬ ਆਸ਼ੀ। ਕਿਤਾਬ ਦਸਤਾਵੇਜ਼ ਵਿੱਚ ਅੰਮ੍ਰਿਤਾ ਦਾ ਇਹ 6ਵਾਂ ਖੱਤ ਹੈ। ਮਿਰਜ਼ਾ, ਆਪਣੀ ਨੀਲੀ ਨੂੰ ਵੀ ਸੰਭਾਲ ਲੈ ਤੇ ਆਪਣੀ ਸਾਹਿਬਾ ਨੂੰ ਵੀ। ਜਿਹੜੇ 4 ਦਿਨ ਜ਼ਿੰਦਗੀ ਨੇ ਦਿੱਤੇ ਨੇ, ਉਹਨਾਂ ਵਿੱਚੋਂ 2 ਦੀ ਥਾਵੇਂ 3 ਆਰਜ਼ੂ ਵਿੱਚ ਗੁਜ਼ਰ ਗਏ, ਤੇ ਰਹਿੰਦਾ ਇੱਕ ਦਿਨ ਨਿਰੀ ਇੰਤਜ਼ਾਰ ਵਿੱਚ ਹੀ ਨਾ ਗੁਜ਼ਰ ਜਾਵੇ। ਅਣਹੋਣੀ ਨੂੰ ਹੋਣੀ ਬਣਾ ਲੈ ਮਿਰਜ਼ਾ। ਪਰਸੋਂ ਸ਼ਾਮ ਮੈਨੂੰ ਮਾੜਾ ਜਿਹਾ ਬੁਖਾਰ ਹੋ ਗਿਆ ਸੀ, ਕੱਲ੍ਹ ਵੱਧ ਗਿਆ। ਰਾਤ ਵੀ ਇਸੇ ਤਰ੍ਹਾਂ ਕੱਟੀ। ਜਿਗਰ ਨੇ ਸ਼ਾਇਦ ਮੇਰੀ ਹਾਲਤ ਨੂੰ ਹੀ ਲਿਖਿਆ ਸੀ। ਇਸ ਦਰਜਾ ਬੇਕਰਾਰ ਥੇ ਦਰਦੇ ਨਿਹਾਂ ਸੇ ਹਮ, ਕੁਛ ਦੂਰ ਆਗੇ बढ़ ਗਏ ਉਮਰੇ ਰਵਾਂ ਸੇ ਹਮ। ਜਿੰਦੀ ਉੱਡ ਕੇ ਆ ਜਾ, ਮੇਰੇ ਦਿਲ ਕੋਲੋਂ ਖੰਭ ਉਧਾਰੇ ਲੈ ਲੈ। ਜਾਨੇ ਬਹਾਰ, ਤੇਰਾ ਇਹ ਰੁਪਈਆਂ ਵਾਲਾ ਚੈੱਕ ਮੈਂ ਕੈਸ਼ ਨਹੀਂ ਕਰਾਉਣਾ, ਸਿਰਫ ਤੇਰੀ ਮੁਹੱਬਤ ਦਾ ਚੈੱਕ ਕੈਸ਼ ਕਰਵਾਉਣਾ ਹੈ। ਜੇ ਜ਼ਿੰਦਗੀ ਦੇ ਬੈਂਕ ਨੇ ਕੈਸ਼ ਕਰ ਦਿੱਤਾ ਤਾਂ। ਤੇਰੀ ਆਸ਼ੀ। ਨੀਲੀ ਸਾਡੀ ਪਹਿਲੀ ਕਾਰ ਦਾ ਨਾਂ ਸੀ, ਜੋ ਮਿਰਜ਼ੇ ਦੀ ਘੋੜੀ ਦੇ ਨਾਂ 'ਤੇ ਰੱਖਿਆ ਸੀ। ਕਿਤਾਬ ਦਸਤਾਵੇਜ਼ ਵਿੱਚ ਅੰਮ੍ਰਿਤਾ ਦਾ ਇਹ 7ਵਾਂ ਖੱਤ ਹੈ। ਤੇਰੀ ਫੁੱਲ ਵਰਗੀ ਚਿੱਠੀ ਮਿਲੀ, ਵਫਾ ਦੀ ਖੁਸ਼ਬੂ ਆਈ, ਤੇ ਮੈਂ ਇਸ ਖੁਸ਼ਬੂ ਵਿੱਚ ਕਿੰਨੇ ਹੀ ਲੰਬੇ ਘੁੱਟ ਭਰੇ। ਇੱਕ ਘੁੱਟ ਭਰਦੀ ਪਈ ਸਾਂ ਕਿ ਸੇਠੀ ਦਾ ਫੋਨ ਆਇਆ, ਤੇ ਮੇਰੀ ਆਵਾਜ਼ ਸੁਣ ਕੇ ਉਹ ਆਖਣ ਲੱਗਾ, ਅੱਜ ਤੁਹਾਡੀ ਆਵਾਜ਼ ਖੁਸ਼ ਹੈ। ਆਖਿਆ, ਹੁਣੇ ਚਿੱਠੀ ਆਈ ਹੈ। ਮੇਰੀ ਆਵਾਜ਼ ਵਿੱਚ ਉਸੇ ਦਾ ਪਰਛਾਵਾਂ ਹੋਵੇਗਾ। ਤੇ ਸੇਠੀ ਬੜਾ ਹੱਸਿਆ। ਅੱਜ ਸੱਚਮੁੱਚ ਹਿਜਰ ਦੀ ਰਾਤ ਵਿੱਚ ਰੌਸ਼ਨੀ ਆਉਣ ਵਾਲੀ ਗੱਲ ਹੈ। ਇਸ ਤੇਰੀ ਪਿਆਰੀ ਚਿੱਠੀ ਨੇ ਮੇਰੀ ਯਾਦ ਦੀ ਬੱਤੀ ਨੂੰ ਲਟ-ਲਟ ਬਾਲਿਆ ਹੋਇਆ ਹੈ। ਜੀ ਕਰਦਾ ਹੈ ਤੂੰ ਹੁਣੇ ਕਿਤੋਂ ਉਜਾਗਰ ਹੋ ਜਾਵੇਂ, ਭਾਵੇਂ ਧਰਤੀ ਵਿੱਚੋਂ ਉੱਗੇਂ ਤੇ ਭਾਵੇਂ ਅੰਬਰਾਂ ਵਿੱਚੋਂ ਡਿੱਗੇਂ। ਤੇਰੀ ਸਦੀਵੀ ਆਸ਼ੀ। ਕਿਤਾਬ ਦਸਤਾਵੇਜ਼ ਵਿੱਚ ਅੰਮ੍ਰਿਤਾ ਦਾ ਇਹ 8ਵਾਂ ਖੱਤ ਹੈ। ਮੇਰੀ ਤਕਦੀਰ। ਗੱਡੀ ਵਿੱਚ ਸੀਟ ਨਾ ਮਿਲੇ ਤਾਂ ਹਵਾਈ ਜਹਾਜ਼ ਵਿੱਚ ਸੀਟ ਲੈ ਲੈਣਾ। ਸਰਫਾ ਨਾ ਕਰਨਾ। ਉਤਲੇ ਪੈਸੇ ਮੇਰੇ ਜ਼ਿੰਮੇ। ਮੈਨੂੰ ਬਿਰਹਾ ਦੇ ਗੀਤਾਂ ਨਾਲ ਪਿਆਰ ਨਹੀਂ, ਮਿਲਣ ਦੀ ਉਸ ਮੰਜ਼ਿਲ ਨਾਲ ਪਿਆਰ ਹੈ, ਜਿਹਦੇ ਔਖੇ ਰਾਹ ਨੂੰ ਲੰਘਾਉਣ ਲਈ ਮੈਂ ਬਿਰਹਾ ਦੇ ਗੀਤ ਲਿਖੇ। ਮੈਨੂੰ ਸ਼ੌਹਰਤ ਪਿਆਰੀ ਨਹੀਂ, ਜੋ ਬਿਰਹਾ ਦੇ ਗੀਤਾਂ ਨਾਲ ਮਿਲੀ ਹੈ। ਮੈਂ ਉਸ ਜ਼ਿੰਦਗੀ ਦੇ ਮੂੰਹ ਨੂੰ ਉਡੀਕਦੀ ਹਾਂ, ਜੋ ਮੇਰੀ ਮੰਜ਼ਿਲ ਮੈਨੂੰ ਵਿਖਾਏਗਾ। ਆ ਤੇ ਮੇਰੇ ਨਾਲ ਪਾਗਲਪਨ ਨੂੰ ਮੇਚ ਲੈ। ਮੈਨੂੰ ਜਾਪਦਾ ਹੈ ਜਿਵੇਂ ਸਾਹਿਰ ਦੀ ਮੁਹੱਬਤ ਦੇ 14 ਸਾਲ ਵੀ ਤੇਰੇ ਤੱਕ ਪਹੁੰਚਣ ਦਾ ਇੱਕ ਰਾਹ ਸਨ। ਤੇਰੀ ਆਪਣੀ ਆਸ਼ੀ। ਕਿਤਾਬ ਦਸਤਾਵੇਜ਼ ਵਿੱਚ ਅੰਮ੍ਰਿਤਾ ਦਾ ਇਹ 9ਵਾਂ ਖੱਤ ਹੈ। ਸੁਣਨ ਲਈ ਧੰਨਵਾਦ। ਅਗਲੇ ਖੱਤ ਲੈ ਕੇ ਜਲਦ ਹੀ ਤੁਹਾਡੇ ਨਾਲ ਰੂਬਰੂ ਹੋਵਾਂਗੇ।